ਜਦੋਂ ਪਰਮਾਤਮਾ ਤੁਹਾਨੂੰ ਗੁਣ ਦਿੰਦਾ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਤੁਹਾਡੇ ਜਨਮ ਦੇ ਨਾਲ ਹੀ ਲਿਖੇ ਨੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਲਿਖਿਆ ਉਹਦੇ ਕਰਕੇ ਪਰਮਾਤਮਾ ਦੀ ਦਿੱਤੀ ਦਾਤ ਹੈ ਜੀ। ਜੋ ਵੀ ਅਸੀਂ ਜੋ ਵੀ ਕੰਮ ਮੈਂ ਕਰ ਰਹੇ ਹਾਂ ਇਸ ਵੇਲੇ। ಬಂಗಾರಮಾಯನೆ ಶ್ರೀವಲ್ಲಿ ಮಾಟೆ ಮಾಣಿಕ್ಯ ಮಾಯೆ। ਬਤੌਰ ਮਿਊਜ਼ਿਕ ਟੀਚਰ ਮੈਨੂੰ ਅੱਜ 10 ਸਾਲ ਤੋਂ ਜ਼ਿਆਦਾ ਹੋ ਗਏ ਨੇ, ਮੈਂ ਬੱਚਿਆਂ ਨੂੰ ਸਿਖਾ ਰਿਹਾ। ओ दुनिया के रखवाले सुन दर्द भरे मेरे नाले, सुन दर्द भरे मेरे नाले। ਮੇਰਾ ਫੇਵਰਟ ਔਰ ਪਹਿਲਾ ਗੀਤ ਜਿਹਦੇ ਨਾਲ ਮੈਨੂੰ ਲੱਗਿਆ ਕਿ ਮੈਂ ਉਹਦੇ ਤੇ ਤਿਆਰੀ ਕੀਤੀ ਰਾਗ ਦਰਬਾਰੀ ਦੇ ਵਿੱਚ ਸੀਗਾ ਕਿ सा सा रे ग म प म प द नि सा सा द नि प म प ग म रे सा नि द नि रे सा। ਮਿਊਜ਼ਿਕ ਦੀ ਬੜੀ ਜਿਹੜੀ ਚੇਟਕ ਸੀ, ਮੈਂ ਜਦੋਂ ਸਿਖਾਉਣ ਦੀ ਕੋਸ਼ਿਸ਼ ਕਰਨੀ ਸਕੂਲਸ ਦੇ ਵਿੱਚ ਕਿਸੇ 'ਚ ਜਾਣਾ ਵੀ ਮੈਂ ਸਕੂਲ ਐਜ਼ ਅ ਟੀਚਰ ਮਿਊਜ਼ਿਕ ਟੀਚਰ ਮੈਨੂੰ ਬੜਾ ਸ਼ੌਕ ਸੀ ਸਿਖਾਉਣ ਦਾ, ਤੇ ਮੈਨੂੰ ਜੌਬ ਨਾ ਮਿਲਣੀ। ਉਹਨਾਂ ਨੇ ਕਹਿਣਾ ਜੀ ਤੁਹਾਡਾ ਤਾਂ ਮੈਡੀਕਲ ਦੀ ਸਟੱਡੀ ਹੈ ਤੇ ਤੁਸੀਂ ਮਿਊਜ਼ਿਕ ਕਿੱਦਾਂ, ਇਹ ਤਾਂ ਬਿਲਕੁਲ ਉੱਤਰ ਦੱਖਣ ਵਾਲਾ ਕੰਮ ਹੈ। ਆਖਰ ਮਨ ਨੇ ਸਮਝਾਇਆ ਕਿ 8-9 ਸਾਲ ਦਾ ਜਿਹੜਾ ਇੱਕ ਗੈਪ ਪਿਆ, ਫਿਰ ਉਸ ਤੋਂ ਬਾਅਦ ਮੈਂ ਆਪਣਾ ਗ੍ਰੈਜੂਏਸ਼ਨ ਮਿਊਜ਼ਿਕ ਵੋਕਲ ਔਰ ਇੰਸਟਰੂਮੈਂਟ ਦੇ ਵਿੱਚ ਕੰਪਲੀਟ ਕੀਤਾ। ਵਾਹਿਗੁਰੂ ਦੀ ਇੰਨੀ ਕਿਰਪਾ ਹੈ ਕਿ ਅਮਰ ਮਿਊਜ਼ਿਕ ਅਕੈਡਮੀ ਲੁਧਿਆਣਾ ਬੜੀ ਅੱਛੀ ਚੱਲਦੀ ਹੈ ਔਰ ਉਹਦੇ 'ਚ ਮੈਂ ਬਤੌਰ CEO ਹਾਂ, ਖੁਦ ਆਪ ਮੈਨੇਜ ਕਰਦਾ ਉਹਨੂੰ। ਫੰਕਸ਼ਨ ਖੁਸ਼ੀ ਦਾ ਸੀ ਪਰ ਮੈਨੂੰ ਮਰਗ ਦਾ ਸ਼ੇਰ ਆਉਂਦਾ ਸੀ ਉਸ ਵੇਲੇ, ਤੇ ਮੈਂ ਸ਼ੇਰ ਬੜਾ ਬਾਕਮਾਲ ਸੀ, ਮੈਂ ਬੋਲ ਦਿੱਤਾ। ਆਡੀਅנס ਉਦੋਂ ਇੰਨੀ ਸਮਝਦਾਰ ਮੈਨੂੰ ਮਿਲ ਗਈ ਕਿ ਉਹ ਮਤਲਬ ਕਹਿ ਲਓ ਵਿਆਹ ਵਰਗਾ ਫੰਕਸ਼ਨ ਸੀ, ਪਰ ਮੈਂ ਉੱਥੇ ਕੋਈ ਐਸਾ ਆਸ਼ਕ ਮਰ ਗਿਆ, ਇਹ ਹੋ ਗਿਆ, ਉਹ ਹੋ ਗਿਆ, ਕੋਈ ਇੱਦਾਂ ਦਾ ਸ਼ੇਰ ਮਤਲਬ ਸੁਣਨ ਵਾਲੇ ਨੇ ਤਾੜੀਆਂ ਵਜਾ ਦਿੱਤੀਆਂ। ਫਿਰ ਦੂਰਦਰਸ਼ਨ ਦੇ ਉੱਤੇ ਵੀ ਜਦੋਂ ਅਸੀਂ ਇਸ ਪੜਾਅ ਨੂੰ ਪਾਰ ਕੀਤਾ ਤੇ ਬਤੌਰ ਨਿਊਜ਼ ਐਂਕਰ, ਨਿਊਜ਼ ਰੀਡਰ, ਨਿਊਜ਼ ਪ੍ਰੈਜ਼ੈਂਟਰ ਮੈਂ ਉੱਥੇ ਦੂਰਦਰਸ਼ਨ ਜੁਆਇਨ ਕੀਤਾ। ਅੱਜ 4ਥਾ ਸਾਲ ਹੈ ਮੈਨੂੰ ਦੂਰਦਰਸ਼ਨ ਤੇ। ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਮਰਜੀਤ ਸਿੰਘ। ਪਹਿਲਾਂ ਪੇਸ਼ ਨਹੀਂ ਚੋਣਵੀਆਂ ਖਬਰਾਂ। ਅੱਜ ਤੁਹਾਨੂੰ ਪੰਜਾਬ ਦੇ ਇੱਕ ਐਸੇ ਆਰਟਿਸਟ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਆਰਟ ਨੇ। ਜੀ ਹਾਂ, ਉਹ ਸਿੰਗਰ ਵੀ ਨੇ, ਉਹ ਨਿਊਜ਼ ਐਂਕਰਿੰਗ ਵੀ ਕਰ ਲੈਂਦੇ ਨੇ, ਉਹ ਵੌਇਸ ਓਵਰ ਵੀ ਕਰ ਲੈਂਦੇ ਨੇ, ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਡਬਿੰਗ ਵੀ ਕਰ ਲੈਂਦੇ ਨੇ। ਸੋ ਗੱਲਬਾਤ ਕਰਾਂਗੇ। ਅਮਰਜੀਤ ਸਿੰਘ ਸੂਰੀ ਜੀ ਸਾਡੇ ਨਾਲ ਮੌਜੂਦ ਨੇ। ਪਹਿਲਾਂ ਤਾਂ ਸਵਾਗਤ ਕਰਦੇ ਆ ਅਮਰਜੀਤ ਜੀ। ਸ਼ੁਰੂਆਤ ਤੁਹਾਡੀ ਕਿੱਥੋਂ ਕਰੀਏ? ਬਹੁਤ ਸਾਰੇ ਤੁਹਾਡੇ ਚਾਰਟ ਹੈਗੇ ਨੇ, ਸੋ ਗੱਲਬਾਤ ਕਰਾਂਗੇ। ਪਹਿਲਾਂ ਤੁਸੀਂ ਦੱਸ ਦਿਓ ਕਿ ਤੁਹਾਡੀ ਸ਼ੁਰੂਆਤ ਕਿੱਥੋਂ ਹੋਈ ਸੀਗੀ? ਇਹ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਸ਼ੁਰੂਆਤ ਦਰਅਸਲ ਇਸ ਤਰ੍ਹਾਂ ਦਾ ਕੋਈ ਦਿਨ ਨਹੀਂ ਹੈ, ਕੋਈ ਸਾਲ ਨਹੀਂ ਹੈ ਕਿ ਜਦੋਂ ਕਹੀਏ ਕਿ ਸ਼ੁਰੂਆਤ ਹੋਈ। ਸ਼ੁਰੂਆਤ ਜਦੋਂ ਪਰਮਾਤਮਾ ਤੁਹਾਨੂੰ ਗੁਣ ਦਿੰਦਾ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਤੁਹਾਡੇ ਜਨਮ ਦੇ ਨਾਲ ਹੀ ਲਿਖੇ ਨੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਲਿਖਿਆ ਉਹਦੇ ਕਰਕੇ ਪਰਮਾਤਮਾ ਦੀ ਦਿੱਤੀ ਦਾਤ ਹੈ ਜੀ। ਜੋ ਵੀ ਅਸੀਂ ਜੋ ਵੀ ਕੰਮ ਮੈਂ ਕਰ ਰਿਹਾ ਇਸ ਵੇਲੇ। ਸ਼ੁਰੂਆਤ ਇਸ ਤਰ੍ਹਾਂ ਕਿ ਬਚਪਨ ਦੇ ਵਿੱਚ ਗਾਉਣ ਦਾ ਸ਼ੌਂਕ ਸੀ ਤੇ ਚੇਟਕ ਲੱਗੀ ਛੋਟੀ ਉਮਰੇ ਹੀ। 6-7 ਸਾਲ ਦੀ ਉਮਰ ਤੋਂ ਮੈਂ ਗਾਉਣਾ ਸ਼ੁਰੂ ਕੀਤਾ। ਇੰਨੀ ਸੋਝੀ ਨਹੀਂ ਸੀ, ਸਿੱਖਣ ਦੀ ਕੋਸ਼ਿਸ਼ ਕੀਤੀ ਪਰ ਵਿੱਤੋਂ ਬਾਹਰ ਸੀ, ਸਿੱਖ ਨਹੀਂ ਪਾ ਰਹੇ ਸੀ। ਤੇ ਕਿਉਂਕਿ ਦੇਖੋ ਕਿਸੇ ਨੂੰ ਵੀ ਕਿਸੇ ਕੋਲ ਵੀ ਸਿੱਖਣ ਜਾਵਾਂਗੇ ਉਹਦੀ ਵੀ ਰੋਜ਼ੀ ਰੋਟੀ ਹੈ, ਤੇ ਉਹ ਸ਼ਾਇਦ ਨਹੀਂ ਸਿੱਖ ਪਾ ਰਿਹਾ ਸੀ। ਕਈ ਸਰਕਮਸਟਾਂਸਿਸ ਸੀਗੇ, ਫੈਮਿਲੀ ਅਲਾਓ ਨਹੀਂ ਸੀ ਕਰ ਪਾ ਰਹੀ ਉਸ ਵੇਲੇ, ਤੇ ਜਾਂ ਇੰਨੀ ਤਵੱਜੋ ਨਹੀਂ ਸੀ ਦੇ ਰਿਹਾ ਫੈਮਿਲੀ 'ਚੋਂ ਕੋਈ ਵੀ। ਤੇ ਜਦੋਂ ਇੱਕ ਮੌਕਾ ਲੱਗਿਆ ਵੀ ਗਾਉਂਦੇ ਗਾਉਂਦੇ ਉਹ ਚੀਟਕ ਹਟ ਨਹੀਂ ਸੀ ਰਹੀ। ਗਾਉਣਾ ਇੱਕ ਜਨੂਨ ਬਣ ਚੁੱਕਾ ਸੀਗਾ। ਤੇ ਹਾਲਾਂਕਿ ਮੇਰਾ ਗਾਉਣ ਦਾ ਫੋਟੇ ਵੀ ਬਾਲੀਵੁੱਡ ਰਿਹਾ ਸ਼ੁਰੂ ਤੋਂ। ਮੇਰੇ ਦੋਸਤ ਮਿੱਤਰ ਵੀ ਮੈਨੂੰ ਹਾਲਾਂਕਿ ਮੈਂ ਸਾਰੇ ਤਰ੍ਹਾਂ ਦੀ ਗਾਇਕੀ ਅਡੋਪਟ ਕਰਦਾ ਵਾਂ। ਫੋਕ ਗਾਉਣਾ ਵੀ ਮੈਨੂੰ ਪਸੰਦ ਆ, ਕਵਾਲੀ, ਗਜ਼ਲ, ਜੇ ਕਹਾਂ ਤਾਂ ਮੈਨੂੰ ਬਾਲੀਵੁੱਡ, ਕਲਾਸੀਕਲ, ਸੈਮੀ ਕਲਾਸੀਕਲ ਸਾਰੇ ਤਰ੍ਹਾਂ ਦੇ ਗੀਤ ਗਾਉਣੇ। ਕਿਉਂਕਿ ਬਤੌਰ ਮਿਊਜ਼ਿਕ ਟੀਚਰ ਮੈਨੂੰ ਅੱਜ 10 ਸਾਲ ਤੋਂ ਜ਼ਿਆਦਾ ਹੋ ਗਏ ਨੇ, ਮੈਂ ਬੱਚਿਆਂ ਨੂੰ ਸਿਖਾ ਰਿਹਾ। ਤੋ ਗੀਤ ਤੋਂ ਇੱਕ ਸ਼ੁਰੂਆਤ ਕਰ ਦਿਓ ਕਿ ਕਿਹੜਾ ਗੀਤ ਜਿਹੜਾ ਤੁਹਾਨੂੰ ਪਸੰਦ ਸੀਗਾ, ਜਾਂ ਗੀਤ ਕਿਹੜਾ ਗਾਣਾ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ? ਇਹ ਬੜਾ ਇੰਟਰਸਟਿੰਗ ਸਵਾਲ ਹੈ ਕਿਉਂਕਿ ਇਹ ਜਿਹੜਾ ਗੀਤ ਮੈਂ ਗਾਉਣਾ ਸ਼ੁਰੂ ਕੀਤਾ ਸੀ, ਮੈਨੂੰ ਪਤਾ ਕਿ ਉਹ ਜਿਹੜੇ ਬਾਲੀਵੁੱਡ ਫਿਲਮਾਂ ਪੁਰਾਣੀਆਂ ਦੇਖੀਆਂ ਹੋਣਗੀਆਂ ਤੁਸੀਂ, ਦੋਸਤੀ ਜਾਂ ਬੈਜੂ ਬਾਵਰਾ ਵਰਗੀਆਂ ਫਿਲਮਾਂ, ਜਿਨ੍ਹਾਂ ਦੇ ਵਿੱਚ ਰਫੀ ਸਾਹਿਬ ਉਹਨਾਂ ਨੂੰ ਸੁਣ ਕੇ ਅਸੀਂ ਵੱਡੇ ਹੋਏ ਹਾਂ। ਸਾਡੀ ਨਾਲ ਦੀਆਂ ਹੋਰ ਜਨਰੇਸ਼ਨਸ ਵੀ ਨੇ ਜਿਹੜੀਆਂ ਉਹਨਾਂ ਨੂੰ ਸੁਣ ਕੇ ਅੱਜ ਗਾਉਣਾ ਸਿੱਖੇ ਅਸੀਂ।
ਸੋਨੂ ਨਿਗਮ ਮੇਰੇ ਫੇਵਰੇਟ ਸਿੰਗਰ ਰਹੇ ਨੇ, ਕਿਉਂਕਿ ਉਹਨਾਂ ਦੀਆਂ ਮੈਂ ਪਹਿਲਾਂ ਉਹਨਾਂ ਦੀਆਂ ਜਿਹੜੀ ਜਦੋਂ ਉਹਨਾਂ ਨੇ ਰਫੀ ਸਾਹਿਬ ਨੂੰ ਗਾਉਣਾ ਸ਼ੁਰੂ ਕੀਤਾ, ਤਕਰੀਬਨ ਥੋੜ੍ਹਾ ਜਿਹਾ ਏਜ ਗੈਪ ਫਰਕ ਹੈਗਾ ਸਾਡਾ, ਮੇਰਾ ਔਰ ਸੋਨੂ ਨਿਗਮ ਸਰ ਦਾ, ਅਤੇ ਮੈਂ ਉਹਨਾਂ ਨੂੰ ਸੁਣਦਾ ਸੀ। ਫਿਰ ਉਸ ਤੋਂ ਬਾਅਦ ਮੈਂ ਓਰੀਜਨਲ 'ਤੇ ਚਲਿਆ ਗਿਆ ਵੀ ਮੈਂ ਰਫੀ ਸਾਹਿਬ ਨੂੰ ਸੁਣਾ, ਵੀ ਉਹਨਾਂ ਨੂੰ ਗਾ ਰਹੇ ਨੇ ਅਤੇ ਮੈਂ ਉਹਨਾਂ ਨੂੰ ਕਿਉਂ ਨਾ ਸੁਣਾ। ਫਿਰ ਜਦੋਂ ਉਹਨਾਂ ਨੂੰ ਸੁਣਿਆ, ਫਿਰ ਇਹ ਸੋਝੀ ਪਈ ਕਿ ਗਾਇਕੀ ਐਕਚੁਅਲ 'ਚ ਹੁੰਦੀ ਕੀ ਹੈ। ਫਿਰ ਕਿਸ਼ੋਰ ਦਾ ਨੂੰ ਸੁਣਿਆ, ਫਿਰ ਉਸ ਤੋਂ ਬਾਅਦ ਤਲਤ ਮਹਿਮੂਦ, ਫਿਰ ਉਸ ਤੋਂ ਬਾਅਦ ਤਲਤ ਅਜ਼ੀਜ਼ ਉਹਨਾਂ ਨੂੰ ਸੁਣਿਆ। ਫਿਰ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਮੁਕੇਸ਼ ਸਾਹਿਬ, ਮੰਨਾ ਡੇ, ਜਦੋਂ ਇਹਨਾਂ ਲੋਕਾਂ ਨੂੰ ਸੁਣਿਆ ਤਾਂ ਗਾਇਕੀ ਦਾ ਇੱਕ ਅੰਬਾਰ ਦਿਖਿਆ ਕਿ ਬਹੁਤ ਵੱਡਾ ਸਮੁੰਦਰ ਹੈ, ਇਹਦੇ 'ਚ ਜਾਣਾ। ਅਤੇ ਇਹੀ ਇੱਕ ਰਸਤਾ ਹੈ ਜਿਹੜੀ ਰਾਗਦਾਰੀ ਨੂੰ ਵੀ ਲੈ ਕੇ ਚੱਲਦੇ ਆ, ਕਲਾਸੀਕਲ ਇੱਕ ਕਲਾਸ ਹੈ ਗਾਇਕੀ ਦੀ, ਉਹਨੂੰ ਨਾਲ ਨਾਲ ਲੈ ਕੇ ਚੱਲਦੇ, ਉਹ ਤੋਂ ਬਾਹਰ ਨਹੀਂ ਹੁੰਦੇ। ਮੇਰਾ ਫੇਵਰੇਟ ਔਰ ਪਹਿਲਾ ਗੀਤ ਜਿਹਦੇ ਨਾਲ ਮੈਨੂੰ ਲੱਗਿਆ ਕਿ ਮੈਂ ਉਹਦੇ 'ਤੇ ਤਿਆਰੀ ਕੀਤੀ, ਰਾਗ ਦਰਬਾਰੀ ਦੇ ਵਿੱਚ ਸੀਗਾ ਕਿ sa za re ga ma pa da ni sa sa da ni pa ma pa ga ma re sa ni da ni re sa ओ दुनिया के रखवाले सुन दर्द भरे मेरे नाले, सुन दर्द भरे मेरे नाले। ਇਹ ਗੀਤ ਸੁਣੋ, ਤੁਹਾਡੀ ਆਵਾਜ਼ ਹੈਗੀ ਆ, ਡੱਬਿੰਗ ਵੀ ਤੁਸੀਂ ਕਰ ਲੈਂਦੇ ਹੋ। ਸੋ ਟੈਲੈਂਟ ਇੱਕ ਇੱਕ ਕੱਢਾਂਗੇ ਤੁਹਾਡਾ ਬਾਹਰ, ਕਿਹੜਾ ਕਿਹੜਾ ਟੈਲੈਂਟ ਤੁਹਾਡੇ 'ਚ ਹੈਗਾ ਵਾ। ਸੋ ਆਪਣੇ ਦਰਸ਼ਕਾਂ ਤੱਕ ਵੀ ਪਹੁੰਚਾਵਾਂਗੇ ਕਿ ਸੂਰੀ ਸਾਹਿਬ ਕੋਲ ਕਿਹੜਾ ਕਿਹੜਾ ਟੈਲੈਂਟ ਹੈਗਾ ਵਾ। ਸੋ ਡੱਬਿੰਗ ਕਿਹੜੀ ਕਰ ਲੈਂਦੇ ਹੋ, ਕਿਹੜੇ ਗੀਤ ਤੇ ਡੱਬਿੰਗ ਜਿਹੜੀ? ਡੱਬਿੰਗ ਐਕਚੁਅਲ ਦੇ ਵਿੱਚ ਡੱਬਿੰਗ ਮੇਰਾ ਕੁਛ ਇਸ ਤਰ੍ਹਾਂ ਦਾ ਮਿੱਥਿਆ ਗਿਣਿਆ ਮਿੱਥਿਆ, ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਕੁਛ ਨਹੀਂ ਸੀ, ਇਹ ਡੈਸਟੀਨੀ ਹੈ, ਇਹ ਪ੍ਰਕਿਰਤੀ ਹੈ, ਕੁਦਰਤ ਹੈ, ਤੁਹਾਨੂੰ ਕਿਸ ਮੋੜ 'ਤੇ ਕਦੋਂ ਲੈ ਜਾਵੇ ਪਤਾ ਨਹੀਂ ਲੱਗਦਾ। ਮੈਂ ਆਪਣੇ ਪ੍ਰੋਫੈਸ਼ਨ ਦਾ ਜੇ ਹੁਣ ਤੁਸੀਂ ਪੁੱਛ ਰਹੇ ਹੋ ਤਾਂ ਸੀਕੁਐਂਸ ਤਾਂ ਦੱਸ ਸਕਦਾ, ਸ਼ੁਰੂਆਤ ਮੈਂ ਤੁਹਾਨੂੰ ਦੱਸਿਆ ਮੈਂ ਨਹੀਂ ਦੱਸ ਸਕਦਾ। ਆਈ ਐਮ ਡਬਲ ਗ੍ਰੈਜੂਏਟ, ਮੈਂ ਮੈਡੀਕਲ ਸਾਇੰਸ ਦੇ ਵਿੱਚ ਗ੍ਰੈਜੂਏਸ਼ਨ 2007 ਦੇ ਵਿੱਚ ਕੀਤਾ, ਅਤੇ ਉਸ ਤੋਂ ਬਾਅਦ ਮੈਂ ਮਿਊਜ਼ਿਕ ਦੀ ਬੜੀ ਜਿਹੜੀ ਚੇਟਕ ਸੀ, ਮੈਂ ਜਦੋਂ ਸਿਖਾਉਣ ਦੀ ਕੋਸ਼ਿਸ਼ ਕਰਨੀ, ਸਕੂਲਸ ਦੇ ਵਿੱਚ ਕਿਸੇ 'ਚ ਜਾਣਾ, ਵੀ ਮੈਂ ਸਕੂਲ ਐਜ਼ ਅ ਟੀਚਰ, ਮਿਊਜ਼ਿਕ ਟੀਚਰ, ਮੈਨੂੰ ਬੜਾ ਸ਼ੌਕ ਸੀ ਸਿਖਾਉਣ ਦਾ, ਅਤੇ ਮੈਨੂੰ ਜੋਬ ਨਾ ਮਿਲਣੀ। ਉਹਨਾਂ ਨੇ ਕਹਿਣਾ ਜੀ ਤੁਹਾਡਾ ਤਾਂ ਮੈਡੀਕਲ ਦੀ ਸਟੱਡੀ ਹੈ ਤਾਂ ਤੁਸੀਂ ਮਿਊਜ਼ਿਕ ਕਿੱਦਾਂ, ਇਹ ਤਾਂ ਬਿਲਕੁਲ ਉੱਤਰ ਦੱਖਣ ਵਾਲਾ ਕੰਮ ਹੈ। ਅਤੇ ਫਿਰ ਮੈਨੂੰ ਆਖਿਰ ਮਨ ਨੇ ਸਮਝਾਇਆ ਕਿ 8-9 ਸਾਲ ਦਾ ਜਿਹੜਾ ਇੱਕ ਗੈਪ ਪਿਆ, ਫਿਰ ਉਸ ਤੋਂ ਬਾਅਦ ਮੈਂ ਆਪਣਾ ਗ੍ਰੈਜੂਏਸ਼ਨ ਮਿਊਜ਼ਿਕ ਵੋਕਲ ਔਰ ਇੰਸਟਰੂਮੈਂਟ ਦੇ ਵਿੱਚ ਕੰਪਲੀਟ ਕੀਤਾ। ਪਰ ਆਪਣੇ ਅੰਦਰੋਂ ਹੀ ਝਾਕਾ ਸੀ ਵੀ ਨਹੀਂ, ਮੈਂ ਐਕਸਟਰਾ ਪੈਸੇ ਵੇਸਟ ਨਹੀਂ ਕਰ ਸਕਦਾ। ਮੈਨੂੰ ਐਂ ਲੱਗਦਾ ਸੀ ਵੀ ਮੈਂ ਆਪ ਕਮਾ ਕੇ ਕਰਾਂ, ਪਰ ਉਨੀ ਦੇਰ ਤੱਕ ਕਮਾਈ ਨਹੀਂ ਸੀ। ਅਤੇ ਜਦੋਂ ਸਿੱਖਣਾ ਨਾ ਹੋਇਆ ਤਾਂ ਬੜੀ ਦਿੱਕਤ ਹੋਣੀ, ਵੀ ਸਿੱਖਣ ਦੇ ਵਿੱਚ ਪ੍ਰੋਬਲਮ ਆਉਣੀ। ਪਰ ਅੱਜ ਵਾਹਿਗੁਰੂ ਦੀ ਇੰਨੀ ਕਿਰਪਾ ਹੈ ਕਿ ਅਮਰ ਮਿਊਜ਼ਿਕ ਅਕੈਡਮੀ ਲੁਧਿਆਣਾ ਬੜੀ ਅੱਛੀ ਚੱਲਦੀ ਹੈ, ਔਰ ਉਹਦੇ 'ਚ ਮੈਂ ਬਤੌਰ CEO ਹਾਂ, ਖੁਦ ਆਪ ਮੈਨੇਜ ਕਰਦਾ ਉਹਨੂੰ, ਅਤੇ ਬੱਚਿਆਂ ਨੂੰ ਸਿਖਾਉਣਾ ਮੇਰਾ ਇੱਕ ਜਜ਼ਬਾ ਸੀ ਜਿਹੜਾ ਮੈਨੂੰ ਗ੍ਰੈਜੂਏਸ਼ਨ ਵੋਕਲ ਸਿਤਾਰ ਦੋਵਾਂ ਦੀ ਮੈਂ ਕੀਤੀ। ਅਤੇ ਮੇਰੇ ਉਸਤਾਦ ਹਰਮਨਦੀਪ ਸਿੰਘ ਤੇਜ ਫਿਰ ਮੈਨੂੰ ਮਿਲੇ ਉਸ ਗ੍ਰੈਜੂਏਸ਼ਨ ਦੇ ਦੌਰਾਨ। ਬਚਪਨ 'ਚ ਤਾਂ ਨਹੀਂ ਸਿੱਖ ਸਕਿਆ ਮੈਂ, ਪਰ ਮੈਂ ਜਵਾਨੀ ਦੇ ਉਸ ਪੜਾਅ ਦੇ ਵਿੱਚ ਸਿੱਖਣਾ ਸ਼ੁਰੂ ਕੀਤਾ। ਜਦੋਂ ਲੋਕ ਸਕਸੈਸ ਹੋ ਜਾਂਦੇ, ਮੈਂ ਸਿੱਖਣਾ ਸ਼ੁਰੂ ਕਰ ਲਿਆ ਸੀ ਉਸ ਵੇਲੇ। ਅਤੇ ਉਸ ਤੋਂ ਬਾਅਦ ਫਿਰ ਗਾਉਣਾ, ਹੋਟਲ ਸਿੰਗਿੰਗ ਵਾਲੇ ਪਾਸੇ ਵੀ ਗਏ, ਥੋੜ੍ਹਾ ਸਮਾਂ ਉਹਦਾ ਐਕਸਪੀਰੀਅੰਸ ਹੋਇਆ, ਕੁਛ ਚੰਗਾ ਕੁਛ ਮਾੜਾ। ਫਿਰ ਦੋਸਤਾਂ ਦਾ ਕਹਿਣਾ ਸੀ ਕਿ ਅਮਰਜੀਤ ਤੁਹਾਡੀ ਆਵਾਜ਼ ਅੱਛੀ ਹੈ ਅਤੇ ਤੁਸੀਂ ਸਟੇਜ ਹੋਸਟ ਕਰੋ। ਉਹਨਾਂ ਨੂੰ ਕਿਸੇ ਵੇਲੇ ਲੋੜ ਸੀ ਇੱਕਦਮ, ਮੇਰੀ ਕੋਈ ਇੱਦਾਂ ਦਾ ਟਾਰਗੇਟ ਨਹੀਂ ਸੀ ਮੈਂ ਸਟੇਜ ਹੋਸਟ ਕਰਾਂਗਾ ਜਾਂ ਸਟੇਜ ਐਂਕਰ ਦੇ ਤੌਰ 'ਤੇ ਜਾਵਾਂਗਾ। ਉਹਨਾਂ ਨੂੰ ਲੋੜ ਸੀ, ਉਹਨਾਂ ਕੋਲ ਕੋਈ ਬੰਦਾ ਨਹੀਂ ਸੀ। ਅਤੇ ਉਹਨੇ ਜਿਸ ਦਿਨ ਪਹਿਲੇ ਦਿਨ ਸਟੇਜ 'ਤੇ ਖੜ੍ਹਾ ਸੀ, ਅਤੇ ਮੈਨੂੰ ਇੱਕ ਸ਼ੇਰ ਵੀ ਨਹੀਂ ਸੀ ਬੋਲਣਾ ਪਤਾ, ਵੀ ਸ਼ੇਰ ਕੀ ਹੁੰਦੇ ਆ, ਕਿਉਂ ਬੋਲਣੇ ਆ, ਮਤਲਬ ਇਹਨਾਂ ਦਾ ਕੀ ਮਕਸਦ ਆ ਇਸ ਸਟੇਜ ਨਾਲ। ਅਤੇ ਉਹ ਕੋਈ ਫੰਕਸ਼ਨ ਖੁਸ਼ੀ ਦਾ ਸੀ, ਪਰ ਮੈਨੂੰ ਮਰਗ ਦਾ ਸ਼ੇਰ ਆਉਂਦਾ ਸੀ ਉਸ ਵੇਲੇ, ਅਤੇ ਮੈਂ ਸ਼ੇਰ ਬੜਾ ਬਾਕਮਾਲ ਸੀ, ਮੈਂ ਬੋਲ ਦਿੱਤਾ। ਆਡੀਅੰਸ ਉਦੋਂ ਇੰਨੀ ਸਮਝਦਾਰ ਮੈਨੂੰ ਮਿਲ ਗਈ ਕਿ ਉਹ ਮਤਲਬ ਕਹਿ ਲਓ ਵਿਆਹ ਵਰਗਾ ਫੰਕਸ਼ਨ ਸੀ, ਪਰ ਮੈਂ ਉੱਥੇ ਕੋਈ ਐਸਾ ਆਸ਼ਕ ਮਰ ਗਿਆ, ਇਹ ਹੋ ਗਿਆ, ਉਹ ਹੋ ਗਿਆ, ਕੋਈ ਇੱਦਾਂ ਦਾ ਸ਼ੇਰ, ਮਤਲਬ ਸੁਣਨ ਵਾਲੇ ਨੇ ਤਾੜੀਆਂ ਵਜਾ ਦਿੱਤੀਆਂ। ਜਦੋਂ ਜਿਹੇ ਚੱਲਦੀ ਗਈ, ਬੜੇ ਅਪ ਐਂਡ ਡਾਊਨਸ ਦੇਖੇ ਜ਼ਿੰਦਗੀ ਦੇ ਵਿੱਚ। ਸਟੱਡੀ ਕੰਟੀਨਿਊ ਕੀਤੀ, ਫਿਰ ਹੌਲੀ ਹੌਲੀ ਆਲ ਇੰਡੀਆ ਰੇਡੀਓ ਦਾ ਇੱਕ ਸੁਨੇਹਾ ਕੰਨ 'ਚ ਪਿਆ ਕਿ ਲੁਧਿਆਣਾ 'ਚ ਰੇਡੀਓ, ਅਤੇ ਮੇਰੇ ਲਈ ਆਵਾਜ਼ ਦੇ ਉੱਤੇ ਖੇਡਣਾ ਮੇਰਾ ਇੱਕ ਪੈਸ਼ਨ ਰਿਹਾ ਕਿ ਆਵਾਜ਼ ਦੇ ਲਈ, ਆਵਾਜ਼ ਦੇ ਜ਼ਰੀਏ ਹੀ ਆਪਣਾ ਇੱਕ ਵਜੂਦ ਸਾਹਮਣੇ ਆਵੇ। ਫਿਰ ਮੈਂ ਜਦੋਂ ਇੱਥੇ ਆਲ ਇੰਡੀਆ ਰੇਡੀਓ ਲੁਧਿਆਣਾ ਵਿਵਿਧ ਭਾਰਤੀ, ਜੋ ਕਿ ਪਹਿਲਾਂ FM ਗੋਲਡ ਹੁੰਦਾ ਸੀ, ਅਤੇ ਉਹਦੇ 'ਚ ਜਦੋਂ ਅਸੀਂ ਐਗਜ਼ਾਮਸ ਦਿੱਤੇ, ਫਿਰ ਉਹਦੀ ਸਕਰੀਨਿੰਗ ਟੈਸਟ ਦਿੱਤਾ, ਅਤੇ ਜਦੋਂ ਰਿਜ਼ਲਟ ਆਇਆ ਤਾਂ ਸਾਡੇ ਪੈਕਸ, ਸਾਡੇ ਇੰਚਾਰਜ ਸੀਗੇ ਸਰਦਾਰ ਨਵਦੀਪ ਸਿੰਘ ਜੀ, ਅਤੇ ਉਹਨਾਂ ਨੇ ਅਨਾਊਂਸ ਕੀਤਾ। ਅਤੇ ਜਦੋਂ ਉਹਨਾਂ ਨੇ ਅਨਾਊਂਸ ਕੀਤਾ, ਵੈਸੇ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ, ਵੀ ਮੈਂ ਕਿਹਾ ਚਲੋ ਖੈਰ ਨਵਿਆਂ ਦੀ ਸ਼ਾਇਦ ਖਿਚਾਈ ਨਾ ਹੁੰਦੀ ਹੋਵੇ, ਅਤੇ ਉਹਨਾਂ ਨੇ ਕਿਹਾ ਵੀ ਇਸ ਵਾਰ ਦਾ ਟੌਪਰ ਹੈ ਅਮਰਜੀਤ ਸਿੰਘ ਸੂਰੀ। ਅਤੇ ਮੈਂ 2 ਵਾਰੀ ਉਹਨਾਂ ਨੂੰ ਹੌਲੀ ਜਿਹੀ ਕਰਕੇ ਪੁੱਛਿਆ ਵੀ ਸਰ ਮਤਲਬ
ਕਹਿ ਰਹੇ ਹੋ ਤੁਸੀਂ ਟੌਪਰ ਜਾਂ ਕੁਝ ਹੋਰ ਕਹਿ ਰਹੇ ਹੋ ਜਾਂ ਮਤਲਬ ਘੱਟ ਨੰਬਰ ਤਾਂ ਨਹੀਂ ਦੱਸ ਰਹੇ। ਉਹ ਕਹਿੰਦੇ ਨਹੀਂ ਮਤਲਬ ਯੂ ਆਰ ਦਾ ਟੌਪਰ, ਤੁਸੀਂ ਲੁਧਿਆਣੇ 'ਚ ਟੌਪ ਕੀਤਾ। ਜਗਬਾਣੀ ਦੇ ਲਈ ਐਜ਼ ਅ ਟਾਈਪਿਸਟ ਕੰਮ ਕਰਦਾ ਸੀ। ਤੇ ਚਰਨਜੀਤ ਸਿੰਘ ਸਲੂਜਾ ਟੈਲੈਂਟ ਇੱਕ ਹੋ ਰਹੇਗਾ ਵਾ ਟਾਈਪਿਸਟ ਦਾ। ਚਰਨਜੀਤ ਸਿੰਘ ਸਲੂਜਾ ਜੀ ਜਿਹੜੇ ਨੇ ਉਹ ਲੁਧਿਆਣੇ 'ਚ ਹੈਗੇ ਨੇ। ਲੁਧਿਆਣੇ ਨੇ ਤੇ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਮੈਂ ਟਾਈਪਿਸਟ ਦੇ ਤੌਰ ਤੇ ਉਹਨਾਂ ਕੋਲ ਕੰਮ ਕੀਤਾ। ਮੇਰੇ ਕੁਝ ਮਤਲਬ ਫਾਈਨੈਂਸ਼ੀਅਲੀ ਮੇਰੇ ਸਰਕਮਸਟੈਂਸਸ ਸੀ, ਮੈਂ ਕੰਮ ਦੇ ਲਈ ਗਿਆ ਸੀ, ਮੈਂ ਉਹਨਾਂ ਦੀ ਸ਼ਾਪ ਤੇ ਕੰਮ ਕੀਤਾ। ਮੈਨੂੰ ਬੜਾ ਮਹਿਸੂਸ ਹੁੰਦਾ ਸੀ ਵੀ ਮੈਂ ਇੱਕ ਐਸੇ ਦਿੱਗਜ ਬੰਦੇ ਕੋਲ ਚਲਿਆ ਗਿਆ ਕਿ ਮੈਨੂੰ ਉਹਨਾਂ ਨੇ ਬੜਾ ਕੁਝ ਸਿਖਾਇਆ। ਮੈਂ ਐਕਚੁਅਲ ਦੇ ਵਿੱਚ ਫਿਰ ਉੱਥੇ ਜਦੋਂ ਨਿਊਜ਼ ਲਿਖਦਾ ਸੀ ਨਾ, ਖਬਰਾਂ ਟਾਈਪ ਕਰਦਾ ਸੀ, ਤੇ ਮੈਨੂੰ ਲੱਗਦਾ ਸੀਗਾ ਕਿ ਯਾਰ ਅਗਰ ਇਸ ਨਿਊਜ਼ ਨੂੰ ਕੋਈ ਅੱਛਾ ਕੋਈ ਸੋਬਰ ਅਗਰ ਨਿਊਜ਼ ਐਂਕਰ ਉਹਨੂੰ ਪੜ੍ਹੇਗਾ ਤੇ ਕਿੰਨੇ ਕੁ ਠਹਿਰਾਵ ਨਾਲ ਪੜ੍ਹੇਗਾ, ਭਜਾਵੇ ਨਾ ਅਗਰ ਉਹਨੂੰ। ਤਾਂ ਮੈਂ ਉੱਥੇ ਉਹ ਖਬਰਾਂ ਪੜ੍ਹਨ ਦੀ ਪ੍ਰੈਕਟਿਸ ਕਰਦਾ ਰਹਿਣਾ ਤੇ ਮੈਂ ਹਾਸੇ ਹਾਸੇ 'ਚ ਉਹਨਾਂ ਨੂੰ ਵੀ ਕਹਿਣਾ ਵੀ ਭਾਜੀ ਅਗਰ ਮੈਂ ਉਹ ਸਾਹਮਣੇ ਦੂਰਦਰਸ਼ਨ ਤੇ ਖਬਰਾਂ ਹੁੰਦੀਆਂ ਯਾਰ, ਜੇ ਕਿਤੇ ਮੈਂ ਇੱਥੇ ਹੋਵਾਂ ਤਾਂ। ਉਹ ਕਹਿੰਦੇ ਟਰਾਈ ਕਰੋ। ਤੇ ਮੈਂ ਰੇਡੀਓ ਜਦੋਂ ਜੁਆਇਨ ਕਰ ਲਿਆ ਉਸ ਤੋਂ ਬਾਅਦ ਪਹਿਲਾਂ ਮੈਂ ਸਲੂਜਾ ਜੀ ਕੋਲ ਸੀਗਾ, ਮਤਲਬ ਜਗਬਾਣੀ ਲਈ ਜਦੋਂ ਕੰਮ ਕਰਦਾ ਸੀ, ਫਿਰ ਉਸ ਤੋਂ ਬਾਅਦ ਰੇਡੀਓ ਚਲੇ ਗਏ। ਉਹ ਤੋਂ ਫਿਰ ਪਤਾ ਲੱਗਿਆ ਕਿ ਦੂਰਦਰਸ਼ਨ ਨੂੰ ਨਿਊਜ਼ ਰੀਡਰਸ ਦੀ ਰਿਕੁਆਇਰਮੈਂਟ ਹੈ। ਤੇ ਜਦੋਂ ਪਤਾ ਲੱਗਿਆ ਤੇ ਫਿਰ ਉੱਥੇ ਜਦੋਂ ਐਪਲੀਕੇਟ ਕੀਤਾ, ਅਪਲਾਈ ਹੋਣ ਤੋਂ ਬਾਅਦ ਪੰਜਾਬੀ ਦੀ ਜਿਹੜੀ ਪਕੜ ਹੈ ਉਹ ਦਾਤੇ ਨੇ। ਮੇਰੀ ਮਾਂ ਦੇ ਪੈਰਾਂ ਪਿੱਛੇ ਮੈਨੂੰ ਪੰਜਾਬੀ ਜ਼ੁਬਾਨ ਨਾਲ ਪਿਆਰ ਪਿਆ ਤੇ ਮਾਂ ਬੋਲੀ ਆ, ਬੜਾ ਨੈਚੁਰਲ ਜੀ ਗੱਲ ਹੈ ਕਿ ਉਹਦੇ 'ਚ ਆਪਾਂ ਦੋ ਰਾਏ ਹੈ ਹੀ ਕੋਈ ਨਹੀਂ। ਤੇ ਉਹਦੇ ਕਰਕੇ ਫਿਰ ਦੂਰਦਰਸ਼ਨ ਦੇ ਉੱਤੇ ਵੀ ਜਦੋਂ ਅਸੀਂ ਇਸ ਪੜਾਅ ਨੂੰ ਪਾਰ ਕੀਤਾ ਤੇ ਬਤੌਰ ਨਿਊਜ਼ ਐਂਕਰ, ਨਿਊਜ਼ ਰੀਡਰ, ਨਿਊਜ਼ ਪ੍ਰੈਜ਼ੈਂਟਰ ਮੈਂ ਉੱਥੇ ਦੂਰਦਰਸ਼ਨ ਜੁਆਇਨ ਕੀਤਾ। ਅੱਜ ਚੌਥਾ ਸਾਲ ਹੈ ਮੈਨੂੰ ਦੂਰਦਰਸ਼ਨ ਤੇ ਚੌਥਾ ਸਾਲ ਹੈ, ਪਰ ਪੰਜਵਾਂ ਟੈਲੈਂਟ ਜਿਹੜਾ ਕੈਮਰੇ ਅੱਗੇ ਆ ਗਿਆ ਤੁਹਾਡਾ। ਅੱਛਾ, ਪੰਜਵਾਂ ਟੈਲੈਂਟ ਆ ਗਿਆ। ਨਿਊਜ਼ ਰੀਡਰ ਹਾਂ ਜੀ ਵੈਸੇ ਮੈਂ ਦੂਰਦਰਸ਼ਨ। ਇਹ ਵੀ ਦੱਸਵਾਂ ਕਿ ਦੂਰਦਰਸ਼ਨ ਖਬਰਾਂ ਪੜ੍ਹਦੇ ਹਾਂ ਇੱਕ ਪੀੜ੍ਹੀ ਨਹੀਂ, 2 ਜਾਂ 3 ਪੀੜ੍ਹੀਆਂ ਸਾਡੇ ਸੀਨੀਅਰ ਜਿਹੜੇ ਨੇ ਰਮਨ ਕੁਮਾਰ ਹੋਣਾ ਨੂੰ ਸੁਣਦੀਆਂ ਰਹੀਆਂ ਨੇ। ਤੁਸੀਂ ਉਹਨਾਂ ਦੀ ਅਗਰ ਫੋਟੋ ਦਿਖਾ ਦਿਓ ਨਾ ਕਲਿੱਪ 'ਚ ਤਾਂ ਬਹੁਤ ਸਾਰੇ ਲੋਕ ਕਹਿ ਦੇਣਗੇ ਕਿ ਖਬਰਾਂ, ਪੰਜਾਬੀ ਖਬਰਾਂ ਰਮਨ ਕੁਮਾਰ। ਤੇ ਰਮਨ ਸਰ ਸਾਡੇ ਸੀਨੀਅਰ, ਉਹਨਾਂ ਦਾ ਬੜਾ ਆਸ਼ੀਰਵਾਦ ਮਿਲਿਆ, ਉਹਨਾਂ ਤੋਂ ਗਾਈਡਲਾਈਨਸ ਲਈਆਂ ਜਦੋਂ ਅਸੀਂ ਦੂਰਦਰਸ਼ਨ 'ਚ ਐਂਟਰ ਕੀਤਾ। ਸਾਡੇ ਲਈ ਮਾਣ ਵਾਲੀ ਗੱਲ ਸੀ ਉਹਨਾਂ ਦੇ ਨਾਲ ਖਲੋਣਾ। ਪਰ ਅੱਜ ਵਾਹਿਗੁਰੂ ਦੀ ਇੰਨੀ ਕਿਰਪਾ ਹੈ, ਮਾਂ ਦਾ ਆਸ਼ੀਰਵਾਦ ਆ, ਮੇਰੇ ਮਾਤਾ ਪਿਤਾ ਦਾ, ਕਿ ਅੱਜ ਉਹਨਾਂ ਨੇ ਜਿਸ ਡਾਇਸ ਤੇ ਬੈਠ ਕੇ ਖਬਰਾਂ ਪੜ੍ਹੀਆਂ, ਅੱਜ ਦਾਸ ਉਸ ਡਾਇਸ ਦੇ ਉੱਤੇ ਬੈਠ ਕੇ ਖਬਰਾਂ ਪੜ੍ਹਦਾ। ਸੋ ਖਬਰਾਂ ਦਾ ਟੈਲੈਂਟ ਦੱਸ ਦਿਓ, ਕਿੱਦਾਂ ਖਬਰ ਤੁਸੀਂ ਪੜ੍ਹਦੇ ਹੋ? ਜੇ ਅੱਜ ਦੇ ਜ਼ਮਾਨੇ ਦੀ ਗੱਲ ਕੀਤੀ, ਜਿਹੜੇ ਫਟਾਫਟ ਨਿਊਜ਼ ਚੈਨਲ ਉਹ ਖਬਰਾਂ ਕਿੱਦਾਂ ਰੀਡ ਕਰਦੇ ਹੋ, ਟੈਲੈਂਟ ਇੱਕ ਵਾਰੀ ਦਿਖਾ ਦਿਓ ਬਾਹਰ। ਉਹ ਐਕਚੁਅਲ ਦੇ ਵਿੱਚ ਅੱਜ ਕੱਲ੍ਹ ਦਾ ਜਿਹੜਾ ਹੈ, ਦੇਖੋ ਦੂਰਦਰਸ਼ਨ ਭਾਵੇਂ ਉਹ ਡੀਡੀ ਨੈਸ਼ਨਲ, ਡੀਡੀ ਨਿਊਜ਼ ਦਿੱਲੀ ਹੋਵੇ, ਭਾਵੇਂ ਉਹ ਮੁੰਬਈ ਹੋਵੇ, ਭਾਵੇਂ ਉਹ ਕੋਈ ਚੰਡੀਗੜ੍ਹ ਹੈ ਜਾਂ ਪੰਜਾਬ ਹੈ, ਡੀਡੀ ਦੂਰਦਰਸ਼ਨ ਦਾ ਇੱਕ ਸੋਬਰ ਤਰੀਕਾ ਰਿਹਾ ਸ਼ੁਰੂ ਤੋਂ ਹੀ। ਬੜੀ ਰਿਚ ਔਰ ਲੋੜ ਦੀ ਖਬਰ ਦੇਣੀ ਹੈ, ਜਿੰਨੀ ਜ਼ਰੂਰਤ ਹੈ ਉਨੀ ਹੀ ਖਬਰ ਦੇਣੀ ਹੁੰਦੀ ਹੈ। ਮਤਲਬ ਮੈਂ ਆਪਣੇ ਦੋਸਤਾਂ, ਬਾਕੀ ਰਿਪੋਰਟਰਸ ਨੂੰ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਕਿਉਂਕਿ ਸਾਰੇ ਮਤਲਬ ਐਜ਼ ਅ ਫਨ ਵੇ ਦੇ ਨਾਲ ਮੈਂ ਥੋੜ੍ਹੀ ਮਿਮਿਕ ਕਰਦਾ ਹੁੰਦਾ ਉਹਨਾਂ ਨੂੰ। ਤੇ ਜਿੱਦਾਂ ਅਸੀਂ ਖਬਰ ਦੇ ਪੜ੍ਹਦੇ, ਮੈਂ ਵੈਸੇ ਕੁਛ ਐਡਾ ਐਫਰਟਸ ਨਹੀਂ ਕਰਦੇ, ਕਿਉਂਕਿ ਮੇਰਾ ਨੈਚੁਰਲ, ਮੈਂ ਉਹਨਾਂ ਨੂੰ ਫੋਲੋ ਕੀਤਾ ਤਾਂ ਮੇਰਾ ਉਹ ਨੈਚੁਰਲ ਆਉਂਦਾ। ਖਬਰਾਂ ਅਸੀਂ ਪੜ੍ਹਦੇ ਹਾਂ ਕਿ ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਮਰਜੀਤ ਸਿੰਘ। ਪਹਿਲਾਂ ਪੇਸ਼ ਨਹੀਂ, ਚੋਣਵੀਆਂ ਖਬਰਾਂ। ਇਹ ਜਿਹੜਾ ਟ੍ਰੈਡੀਸ਼ਨਲ ਸਟਾਈਲ ਆ ਸਾਡਾ, ਤੇ ਅਸੀਂ ਇਹਨੂੰ ਫੋਲੋ ਕਰਦੇ। ਸਾਨੂੰ ਇਹ ਰਿਚ ਲੱਗਦਾ, ਬੜਾ ਸੋਬਰ ਹੈ। ਤੇ ਫਿਰ ਮੈਨੂੰ ਜਦੋਂ ਉੱਥੇ ਤਾਰੀਫ ਮਿਲੀ ਔਰ ਉਹਨਾਂ ਨੇ ਮੈਨੂੰ, ਕੁਝ ਸੀਨੀਅਰਸ ਨੇ ਕਿਹਾ ਕਿ ਦੂਰਦਰਸ਼ਨ ਨੂੰ ਇਸ ਵੇਲੇ ਰਮਨ ਸਰ ਦੇ ਜਾਣ ਤੋਂ ਬਾਅਦ ਦੂਸਰਾ ਰਮਨ ਮਿਲ ਗਿਆ ਔਰ ਸਰਦਾਰ ਰਮਨ ਕੁਮਾਰ ਮਿਲ ਗਿਆ। ਮੈਨੂੰ ਆਪਣੇ ਆਪ ਦੇ ਵਿੱਚ ਇਸ ਗੱਲ ਦੀ ਬੜੀ ਖੁਸ਼ੀ ਹੋਈ ਸੀ। ਪਰ ਜ਼ਿਆਦਾਤਰ ਕੰਮ ਮੈਂ ਜਿਹੜਾ ਕੀਤਾ ਹਲੇ ਫਿਲਹਾਲ ਮੈਂ ਵੌਇਸ ਓਵਰਸ ਦਾ ਕਰਦਾ, ਜਿਹਦੇ 'ਚ ਅਸੀਂ ਕਹਾਣੀਆਂ, ਕਿਤਾਬਾਂ ਦੀ ਨਰੇਸ਼ਨ ਪੰਜਾਬੀ ਜ਼ਬਾਨ ਦੇ ਵਿੱਚ, ਹਿੰਦੀ ਜ਼ਬਾਨ ਦੇ ਵਿੱਚ ਔਰ ਅੰਗਰੇਜ਼ੀ, ਤਿੰਨਾਂ ਦੇ ਵਿੱਚ ਕਰਦੇ ਹਾਂ। ਮੇਰੀਆਂ ਬਹੁਤੀਆਂ ਕਿਤਾਬਾਂ ਜਿਹੜੀਆਂ ਨੇ, ਬਹੁਤੀ ਮੇਰੀ ਆਵਾਜ਼ ਦੇ ਵਿੱਚ ਜਿਹੜੀਆਂ ਤੁਸੀਂ ਸੁਣਦੇ ਹੋ। ਵਿਰਾਸਤ ਮੋਬਾਈਲ ਐਪ ਦੇ ਲਈ ਮੈਂ ਪਿਛਲੇ 3 ਸਾਲ ਤੋਂ ਕੰਮ ਕੀਤਾ ਤੇ ਤਕਰੀਬਨ 30 ਤੋਂ ਜ਼ਿਆਦਾ ਕਿਤਾਬਾਂ ਮੈਂ ਪੰਜਾਬੀ ਸਾਹਿਤ ਦੀਆਂ ਜਿਹੜੀਆਂ ਉਹਨਾਂ ਨੇ ਸਾਡੀ ਝੋਲੀ 'ਚ ਪਾਈਆਂ, ਅਸੀਂ ਰਿਕਾਰਡ ਕਰਕੇ ਫਿਰ ਮੁੜ ਤੋਂ ਸਰੋਤਿਆਂ ਦੀ ਝੋਲੀ 'ਚ ਪਾਈਆਂ। ਜਿਹੜੇ ਪਾਠਕ ਹੁਣ ਕਿਤਾਬਾਂ ਕਿਸੇ ਵੇਲੇ ਪੜ੍ਹਨ ਦੇ ਵਿੱਚ ਇੰਨੀ ਸ਼ਿੱਦਤ ਨਹੀਂ ਵੀ ਹੁੰਦੀ, ਤੇ ਹੁਣ ਆਡੀਓ ਬੁੱਕਸ ਦੇ ਵਿੱਚ ਉਹ ਅਵੇਲੇਬਲ ਹੋ ਜਾਂਦੀਆਂ ਨੇ। ਵਿਰਾਸਤ ਦੇ ਨਾਲ ਬੜੇ ਸਾਰੇ ਸੋਸ਼ਲ ਪਲੇਟਫਾਰਮ ਨੇ ਜਿਨ੍ਹਾਂ ਦੇ ਉੱਤੇ ਕਿਤਾਬਾਂ ਮਿਲ ਰਹੀਆਂ ਨੇ ਆਡੀਓ 'ਚ। ਤੇ ਵਿਰਾਸਤ ਦੇ ਉੱਤੇ ਬਹੁਤ ਸਾਰੇ ਨਾਵਲ ਕੀਤੇ ਨੇ, ਬਹੁਤ ਸਾਰੀਆਂ ਫਿਕਸ਼ਨ ਨੇ, ਨਾਨ ਫਿਕਸ਼ਨ ਕਿਤਾਬਾਂ ਨੇ, ਪੋਲੀਟੀਕਲ ਨੇ, ਨਾਨ ਪੋਲੀਟੀਕਲ ਕਿਤਾਬਾਂ ਨੇ, ਉਹਦੀ ਨਰੇਸ਼ਨ ਹੈ। ਡਬਿੰਗ ਦੀ ਰਹੀ ਗੱਲ ਤਾਂ ਮੈਂ ਆਪਣੇ ਇੱਕ ਫੇਵਰੇਟ ਮੇਰੇ ਡਬਿੰਗ ਆਰਟਿਸਟ ਨੇ, ਬੱਚਿਆਂ ਦੇ ਬੜੇ ਫੇਵਰੇਟ ਹੋਣਗੇ ਉਹ, ਕਿਉਂਕਿ ਉਹ ਐਵੇਂਜਰਸ ਦਾ ਐਂਡ ਗੇਮ ਮੂਵੀ ਹੈ ਮਾਰਵਲਸ ਸਟੂਡੀਓਜ਼ ਦੀ, ਤੇ ਉਹ ਬੱਚਿਆਂ ਨੂੰ ਕਾਰਟੂਨਿਕ ਜਿਹੜੇ ਕਾਮਿਕ ਹੀਰੋਜ਼ ਦੀ ਮੂਵੀ ਅੱਛੀਆਂ ਲੱਗਦੀਆਂ, ਮੈਨੂੰ ਵੀ ਪਸੰਦ ਨੇ। ਉਹਦੇ 'ਚ ਥੈਨੋਸ ਹੈ, ਇੱਕ ਵਿਲਨ ਹੈ। ਥੈਨੋਸ ਦੀ ਆਵਾਜ਼ ਜਿਹੜੀ ਹੈ ਉਹ ਨਿਨਾਦ ਕਾਮਤ ਨੇ ਦਿੱਤੀ ਹੈ, ਬੜੀ ਪਿਆਰੀ ਆਵਾਜ਼ ਹੈ। ਤੇ ਉਹਦੇ ਵਿੱਚ
ਮੈਨੂੰ ਉਹਨਾਂ ਦਾ ਜੋ ਡਾਇਲੋਗ ਡਿਲੀਵਰੀ ਦਾ ਸਟਾਈਲ ਹੈ ਮੈਂ ਉਹਨੂੰ ਫੋਲੋ ਕਰਦਾ ਹੁੰਦਾ। ਉਹ ਕਹਿੰਦੇ ਨੇ ਕਿ जल्द ही मैं तुम्हें एहसास दिलाऊंगा कि मौत क्या होती है, डर क्या होता है। ब्रह्मांड पे कब्जा करने में भी उतना मजा नहीं जितना यहाँ तबाही मचाने में है। सो इस तरह का कुछ मतलब इनू असी कहने डबिंग यानी वॉइस एक्टिंग। ਇੱਕ ਫਿਲਮ 'ਚ ਵੀ ਤੁਸੀਂ ਆਏ ਹੋ, ਉਦਮ ਸਿੰਘ ਫਿਲਮ 'ਚ, ਸੋ ਉਸ ਦਾ ਵੀ ਦੱਸ ਦਿਓ ਕਿ ਉਹ ਰੋਲ ਕਿਸ ਤਰ੍ਹਾਂ ਮਿਲਿਆ ਸੀ, ਕਿਸ ਤਰ੍ਹਾਂ ਉਸ ਤੱਕ ਪਹੁੰਚੇ ਤੁਸੀਂ। ਮੈਂ ਪਹਿਲਾਂ ਤਾਂ ਥੈਂਕਸ ਕਰਨਾ ਚਾਹੂੰਗਾ ਉਸ ਟੀਮ ਦਾ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਔਰ ਕਾਸਟ ਕੀਤਾ ਫਿਲਮ ਦੇ ਵਿੱਚ। ਸਰਦਾਰ ਊਧਮ ਮੂਵੀ ਸੁਜੀਤ ਸਰਕਾਰ ਸਰ ਦੀ ਡਾਇਰੈਕਟ ਕੀਤੀ ਹੋਈ, ਵਿੱਕੀ ਕੌਸ਼ਲ ਸਟਾਰਿੰਗ ਮੂਵੀ 2020 ਦੇ ਵਿੱਚ, ਆਈ ਥਿੰਕ 2019 ਦੇ ਵਿੱਚ ਉਹਦਾ ਸ਼ੂਟ ਹੋਇਆ 2020 ਦੇ ਵਿੱਚ, ਤੇ ਆਫਟਰ ਲੋਕਡਾਊਨ ਉਹ ਰਿਲੀਜ਼ ਹੋਈ ਸੀ Amazon ਪ੍ਰਾਈਮ ਦੇ ਉੱਤੇ। ਉਹਦੇ ਵਿੱਚ SP ਪਟਿਆਲਾ ਦਾ ਕਿਰਦਾਰ ਮੇਰਾ ਜੋ ਫਰੰਟ ਫੇਸ ਦੇ ਉੱਤੇ ਹੀ ਆਉਂਦਾ, ਆਈ ਕਾਲ ਟੂ ਬ੍ਰਿਟਿਸ਼ ਐਮਪਾਇਰ, ਔਰ ਮੈਂ ਉਹਨਾਂ ਨੂੰ ਦੱਸਦਾ ਵਾਂ ਐਜ਼ ਐਨ SP ਪਟਿਆਲਾ ਕਿ ਸਰਦਾਰ ਊਧਮ ਦਾ ਇੱਕ ਸ਼ੇਰ ਸਿੰਘ ਦੇ ਨਾਮ 'ਤੇ, ਊਧਮ ਸਿੰਘ ਦਾ ਸ਼ੇਰ ਸਿੰਘ ਦੇ ਨਾਮ 'ਤੇ ਪਾਸਪੋਰਟ ਦੇ ਲਈ ਐਪਲੀਕੇਸ਼ਨ ਆਈ ਹੈ, ਔਰ ਸਾਰਾ ਡਾਇਲੋਗ ਇੰਗਲਿਸ਼ 'ਚ ਹੈ। ਤੇ ਬੜਾ ਅੱਛਾ ਲੱਗਿਆ। ਸੁਜੀਤ ਸਰਕਾਰ ਸਰ ਦੇ ਨਿਰਦੇਸ਼ਨ ਦੇ ਵਿੱਚ ਕੰਮ ਕੀਤਾ, ਜੋਗੀ ਮਲੰਗ ਸਰ ਦੀ ਕਾਸਟਿੰਗ ਏਜੰਸੀ ਨੇ ਕਾਸਟ ਕੀਤਾ। ਬੜਾ ਯੂਨੀਕ ਐਕਸਪੀਰੀਅੰਸ ਸੀ। ਮੇਰਾ ਡੈਬਿਊ ਹੋਇਆ ਉਸ ਫਿਲਮ ਤੋਂ ਬਾਲੀਵੁੱਡ ਇੰਡਸਟਰੀ ਦੇ ਵਿੱਚ। ਹਾਲਾਂਕਿ ਉਮੀਦ ਇੱਥੋਂ ਤੱਕ ਵੀ ਸੀਗੀ ਕਿ ਸ਼ਾਇਦ ਪਤਾ ਨਹੀਂ ਪੰਜਾਬੀ ਇੰਡਸਟਰੀ 'ਚ ਵੀ ਜਾਣਾ ਕਿ ਨਹੀਂ ਜਾਣਾ, ਪਤਾ ਨਹੀਂ ਪਹੁੰਚ ਸਕਦੇ ਹਾਂ ਕਿ ਨਹੀਂ, ਪਰ ਕਹਿੰਦੇ ਨੇ ਜਿੱਥੇ ਰੱਖੇ ਉੱਥੇ ਰਹੀਏ। ਜਦੋਂ ਉਹਦਾ ਹੁਕਮ ਹੋਇਆ ਤੇ ਡੈਬਿਊ ਮੇਰਾ ਬਾਲੀਵੁੱਡ ਇੰਡਸਟਰੀ ਤੋਂ ਹੋਇਆ, ਤੇ ਉਹਦੇ ਵਿੱਚ ਜਿਹੜਾ ਹੈ ਸਭ ਤੋਂ ਵੱਡੀ ਗੱਲ ਇਹ ਲੱਗਦੀ ਸੀਗੀ ਕਿ ਇੱਕ सेलिब्रिटी ट्रीट, एक वैनिटी मिलती है एक बंदे ਨੂੰ इंडिविजुअल कि सर ये आपकी वैनिटी है। इस बस एक ਬੱਸ ਮਿਲੀ ਪੂਰੀ ਜਿਹਦੇ 'ਚ ਅਮਰਜੀਤ ਸਿੰਘ ਸੂਰੀ ਬੈਠਾ ਹੈ। ਮੈਨੂੰ ਐਂ ਲੱਗਦਾ ਸੀਗਾ ਕਿ ਇੱਕ ਸ਼ਖਸ ਜਿਹੜਾ ਬੰਦਾ ਮਿਊਜ਼ਿਕ ਸਿੱਖਣ ਜਾਣ ਦੇ ਲਈ ਸਾਈਕਲ ਦੇ ਉੱਤੇ 20-20 ਕਿਲੋਮੀਟਰ ਜਾਂਦਾ ਹੈ ਔਰ ਉਹਦੇ ਕੋਲ ਜਾਣ ਦੀ ਹਿੰਮਤ ਹੈਗੀ ਪਰ ਜੇਬ 'ਚ ਪੈਸੇ ਨਹੀਂ ਹੈਗੇ, ਤੇ ਉਸ ਬੰਦੇ ਨੂੰ ਜਦੋਂ ਵੈਨਿਟੀ ਮਿਲਦੀ ਹੈ ਤੇ ਉਹ ਆਪਣੇ ਆਪ ਦੇ ਵਿੱਚ ਉਹ ਸ਼ੁਕਰਗੁਜ਼ਾਰ ਹੀ ਹੁੰਦਾ ਹਰ ਵੇਲੇ। ਸੁਪਨਾ ਸੀ ਜਾਂ ਦੁਆਵਾਂ ਸੀ ਇਸ ਮੁਕਾਮ ਤੱਕ ਪਹੁੰਚਣ ਦੇ ਲਈ? ਇਹ ਵੀ ਕਹਿੰਦੇ ਤੁਹਾਡੇ ਨਾਲ ਕੋਈ ਕਹਾਣੀ ਜੁੜੀ ਇਹਦੇ ਵਿੱਚ ਜੀ? ਇਹ ਕਹਾਣੀ ਦੇਖੋ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਕਹਾਣੀ ਜਿਹੜੀ ਹੈ ਇੱਕ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਇਹ ਕਹਾਣੀ ਕਿਸੇ ਨਾਲ ਵੀ ਵਾਪਰੇ। ਮੇਰੀ ਮਾਂ ਭੋਲੀ ਸੀ, ਉਹ ਜਿਹੜੀ ਦੁਆ ਮੰਗਦੀ ਸੀ ਉਹ ਮੰਗਣੀ ਨਹੀਂ ਸੀ ਚਾਹੀਦੀ। ਉਹ ਕਹਿੰਦੀ ਸੀ ਕਿ ਜੇ ਮੇਰਾ ਪੁੱਤ ਕਾਮਯਾਬ ਹੋ ਜੇ, ਵਾਹਿਗੁਰੂ ਮੇਰਾ ਪੁੱਤ ਕਾਮਯਾਬ ਹੋ ਜੇ, ਮੇਰਾ ਪੁੱਤ ਇੱਕ ਵਾਰੀ TV ਤੇ ਆ ਜੇ, ਫਿਰ ਭਾਵੇਂ ਮੈਨੂੰ ਅਗਲੇ ਦਿਨ ਚੁੱਕ ਲਈ। ਜਿਸ ਦਿਨ ਮੈਂ ਪਹਿਲੇ ਦਿਨ ਦੂਰਦਰਸ਼ਨ ਸਿਲੈਕਟ ਹੋਣ ਤੋਂ ਬਾਅਦ 1 ਸਾਲ ਮੈਂ ਪ੍ਰੈਕਟਿਸ ਕਰਦਾ ਰਿਹਾ ਸੀ। 1 ਸਾਲ ਸਾਡੀਆਂ ਟ੍ਰੇਨਿੰਗਸ ਚੱਲਦੀਆਂ ਰਹੀਆਂ, ਟਾਈਮ ਲੰਬਾ ਸੀ ਸਾਡਾ। ਮਮਾ ਬਿਮਾਰ ਹੁੰਦੇ ਗਏ। ਜਿਸ ਦਿਨ ਮੈਂ TV ਤੇ ਪਹਿਲੇ ਦਿਨ ਲਾਈਵ ਹੋਇਆ ਸੀ, ਮੈਂ ਖਬਰਾਂ ਪੜ੍ਹ ਰਿਹਾ ਸੀ, ਮੇਰੇ ਮਮਾ ਅਨਕੌਂਸ਼ੀਅਸ ਸੀ। ਅਗਲੇ ਦਿਨ ਮੇਰੇ ਮਮਾ ਮੈਨੂੰ ਉਸ ਵੇਲੇ ਮੇਰੇ ਹੱਥਾਂ 'ਚ ਜਾਨ ਗਈ ਉਹਨਾਂ ਦੀ ਅਗਲੇ ਦਿਨ। ਫਿਰ ਐਂ ਲੱਗ ਰਿਹਾ ਸੀ ਵੀ ਮਾਂ ਦੁਆ ਮੰਗਣ ਲੱਗਿਆ 2 ਮਿੰਟ ਸੋਚਣਾ ਚਾਹੀਦਾ ਸੀ। ਮੇਰੇ ਬਹੁਤ ਸਾਰੇ ਦੋਸਤਾਂ ਦੇ ਮੈਨੂੰ ਕਾਲਸ ਆਏ ਕੈਨੇਡਾ ਤੋਂ, ਅਮਰੀਕਾ ਤੋਂ, UK ਤੋਂ, ਈਵਨ ਕਿ ਉੱਥੋਂ ਵੀ ਆਏ ਜਿਨ੍ਹਾਂ ਥਾਵਾਂ 'ਤੇ ਮੈਨੂੰ ਪਤਾ ਨਹੀਂ ਸੀ ਮੇਰੇ ਦੋਸਤ ਰਹਿੰਦੇ ਵੀ ਹੈ। ਬੈਲਜੀਅਮ ਤੋਂ ਆਏ ਨੇ, ਨੀਦਰਲੈਂਡ ਤੋਂ ਆਏ, ਨਾਈਜੀਰੀਆ ਤੋਂ ਆਏ। ਉਹ ਕਹਿੰਦੇ ਅਮਰਜੀਤ ਯੂ ਡਿਜ਼ਰਵ, ਤੂੰ ਸਾਨੂੰ ਪਤਾ ਸੀ ਤੂੰ ਕਰ ਜਾਣਾ, ਤੂੰ ਪਹੁੰਚੇਗਾ, ਤੂੰ ਨਾਂ ਰੌਸ਼ਨ ਕੀਤਾ, ਸਾਡਾ ਮਜ਼ਾ ਆ ਗਿਆ। ਇਹ ਮੈਨੂੰ ਬਹੁਤ ਕੁਛ ਉਹਨਾਂ ਨੇ ਕਿਹਾ, ਪਰ ਮੇਰੇ ਦਿਲ ਦੀਆਂ ਤਾਂ ਮੈਂ ਹੀ ਜਾਣਦਾ ਸੀ ਕਿ ਉਸ ਦਿਨ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਮੈਂ ਕਾਮਯਾਬ ਹੋ ਗਿਆ ਜਾਂ ਮੈਂ ਆਪਣੀ ਮਾਂ ਗਵਾ ਲਈ। ਮੈਂ ਸ਼ੁਕਰ ਕਰਦਾ ਕਿ ਪਰਮਾਤਮਾ ਨੇ, ਮੇਰੇ ਪਿਤਾ ਜੀ ਨੇ, ਉਹਨਾਂ ਨੂੰ ਉਹ ਚੀਜ਼ਾਂ ਮੈਂ ਦਿਖਾ ਪਾ ਰਿਹਾ। ਪਰ ਮੈਨੂੰ ਇੱਕ ਮਲਾਲ ਸਾਰੀ ਜ਼ਿੰਦਗੀ ਰਹਿਣਾ ਵੀ ਆ ਕਿ ਅੱਜ ਮੇਰੀ ਮਾਂ ਹੁੰਦੀ ਤਾਂ ਸ਼ਾਇਦ ਉਹ ਜਿਹੜਾ ਤੁਹਾਡੇ ਨਾਲ ਗੱਲ ਕਰਕੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀ ਗੱਲ ਜਾਣੀ ਹੈ, ਮੇਰੀ ਮਾਂ ਨੇ ਗੱਲ 'ਚ ਢੋਲ ਪਾ ਕੇ ਕਹਿਣਾ ਸੀ ਮੇਰਾ ਪੁੱਤ ਕਾਮਯਾਬ ਹੋ ਗਿਆ, ਮੇਰਾ ਪੁੱਤ TV ਤੇ ਆਉਂਦਾ। ਟੈਲੈਂਟ ਦੇ ਵਿੱਚ ਅਮਰਜੀਤ ਜੀ ਕੁਝ ਦੱਸੋ ਕਿ ਜਿਹੜੇ ਕਿੱਸਾ ਤੁਹਾਡੇ ਨਾਲ ਜੁੜ ਗਿਆ ਹੋਵੇ ਉਸ ਟੈਲੈਂਟ ਦੇ ਵਿੱਚ, ਜੋ ਤੁਹਾਨੂੰ ਇਮੋਸ਼ਨਲ ਕਰ ਗਿਆ ਹੋਵੇ, ਜੋ ਤੁਹਾਨੂੰ ਖੁਸ਼ੀ ਦੇ ਗਿਆ ਹੋਵੇ ਟੈਲੈਂਟ ਦੇ ਵਿੱਚ ਕੁਝ ਗੱਲ ਉਸਤਾਦਾਂ ਦੀ ਆਈ ਹੈ ਤਾਂ ਮੈਂ ਜ਼ਿਕਰ ਕਰਾਂ ਮੇਰੇ ਉਸਤਾਦ ਸਰਦਾਰ ਗੁਰਪ੍ਰੀਤ ਘੁੱਗੀ ਭਾਜੀ। ਮੈਂ ਉਹਨਾਂ ਦਾ ਜ਼ਿਕਰ ਹਮੇਸ਼ਾ ਕਰਨਾ ਚਾਹੁੰਦਾ ਕਿਉਂਕਿ ਉਹ ਮੇਰੇ ਦਰੋਣਾਚਾਰਿਆ ਨੇ, ਮੈਂ ਉਹਨਾਂ ਦਾ ਇਕਲਵਯ ਹਾਂ। ਤੇ ਫਿਰ 17 ਸਾਲ ਦੀ ਜਦੋਜਹਿਦ ਤੋਂ ਬਾਅਦ ਮੇਰਾ ਉਹਨਾਂ ਦੇ ਨਾਲ ਮੇਲ ਹੋਇਆ, ਵਸਲ ਦੀਆਂ ਘੜੀਆਂ ਆਈਆਂ, ਫਿਰ ਮਿਲੇ। ਮੈਂ ਉਹਨਾਂ ਨੂੰ ਚੰਡੀਗੜ੍ਹ ਮਿਲਣ ਗਿਆ ਤੇ ਬੜੀ ਜਦੋਜਹਿਦ ਕਰਕੇ ਉਹਨਾਂ ਦਾ ਨੰਬਰ ਲਿਆ ਮੈਂ, ਕਿਉਂਕਿ ਨੰਗਾ ਜੂੜਾ, ਮਤਲਬ ਜੂੜਾ ਕੀਤਾ, ਕੋਈ ਰੁਮਾਲ ਨਹੀਂ, ਕੋਈ ਪਟਕੀ ਨਹੀਂ, ਕੁਛ ਨਹੀਂ ਬੰਨਿਆ ਹੁੰਦਾ। ਉਹ ਭੋਲੇ ਭਾਅ ਪਿੰਡ 'ਚ ਤੁਰਿਆ ਫਿਰਦਾ ਤੇ ਉਹਨੂੰ ਕੋਈ ਵੀ ਕੰਮੇ ਲਾ ਲੈਂਦਾ, ਉਹਨੂੰ ਕੋਈ ਰੋਟੀ ਖਵਾਤੀ, ਕਿਸੇ ਨੇ ਖਵਾਤੀ ਨਹੀਂ, ਤੇ ਭੋਲੇ ਭਾਅ ਤੁਰਿਆ ਰਹਿੰਦਾ, ਮਤਲਬ ਸਾਰਿਆਂ ਦੇ ਕੰਮ ਕਰੀ ਜਾਂਦਾ ਭੋਲਾ। ਤੇ ਲੋਰੀ ਜਿਹੜੀ ਕਿਰਦਾਰ ਆ ਮੈਨੂੰ ਉਹਨੂੰ ਪੁੱਛਦੀ ਹੈ ਕਿ ਵੇ ਤੂੰ ਕੰਮ ਕਰਦੇ ਹਾਂ ਸਾਡੇ ਘਰ ਆ ਕੇ ਤੇ ਤੈਨੂੰ ਮੈਂ 10 ਰੁਪਏ ਦਊਂਗੀ। ਤੇ ਉਹ ਭੋਲਾ ਉਹਨੂੰ ਪਤਾ ਨਹੀਂ 10 ਰੁਪਏ ਤੇ 1 ਰੁਪਏ ਦਾ ਫਰਕ ਤੇ ਆਉਂਦਾ ਵੀ 1 ਰੁਪਈਆ ਲਾਊਂਗਾ
ਕੂੜਾ 1 ਰੁਪਈਆ ਲਊਂਗਾ ਮੈਂ, ਕੰਮ ਸਾਰੇ ਕਰ ਦੂੰ ਤੇਰੇ, ਫਟਾਫਟ ਕਰ ਦੇਣੇ ਸਾਰੇ ਕੰਮ ਕਰ ਦੂੰ। ਤੇ ਉਹ ਕਹਿੰਦੀ ਵੀ ਕੀ ਕੰਮ ਕਰ ਲੈਣਾ ਤੂੰ, ਮਤਲਬ ਤੂੰ ਪੱਠੇ ਪੁੱਠੇ ਕੁੱਤਰ। ਲੈ ਮੈਂ ਪੱਠੇ ਕੁੱਤਰ ਦਿੰਦਾ ਫਟਾਫਟ ਕੇ, ਮੈਂ ਟਰੈਕਟਰ ਵੀ ਚਲਾ ਲੈਂਦਾ ਕਰਕੇ। ਤੇ ਉਹ ਐਕਚੁਅਲ ਦੇ ਵਿੱਚ ਉਹਨੂੰ ਪੁੱਛਦੀ ਆ ਅਚਾਨਕ, ਉਹਨੂੰ ਕਹਿੰਦੀ ਕਿ ਵੇ ਤੂੰ ਰੋਟੀ ਖਾਧੀ ਆ ਤੇ ਤੇਰੀ ਬੇਬੀ ਕਿੱਥੇ ਆ? ਰੋਟੀ ਰੋਟੀ ਮੇਰੀ ਬੇਬੇ ਦਿੰਦੀ ਨਹੀਂ ਮੈਨੂੰ ਰੋਟੀ, ਮੇਰੀ ਬੇਬੇ ਮੈਨੂੰ ਨਾ ਇੰਨਾ ਸਾਰਾ ਗੁੜ ਪਾ ਕੇ ਵਿੱਚ ਘਿਓ ਪਾ ਮੱਖਣੀ ਪਾ ਕੇ ਨਾ ਮੈਨੂੰ ਫਿਰ ਚੂਰੀ ਕੱਟ ਕੇ ਕੰਨ ਕੇ ਚੂਰੀ ਦਿੰਦੀ, ਮੈਂ ਖਾਂਦਾ ਹੁੰਦਾ ਸੀ। ਮੈਂ ਨਾ ਕਦੇ ਰਾਤੀ ਸੁੱਤਾ ਨਾ, ਇਹ ਮੇਰੀ ਬੀਬੀ ਆਉਂਦੀ ਸੁਪਨੇ 'ਚ, ਬੀਬੀ ਆਈ ਸੁਪਨੇ, ਮੇਰਾ ਨਾ ਮੈਨੂੰ ਬੜਾ ਪਿਆਰ ਕਰਦੀ, ਮੇਰੇ ਵਾਲਾਂ 'ਚ ਹੱਥ ਫੇਰਦੀ, ਮੇਰਾ ਜੂੜਾ ਕਰ ਦਿੰਦੀ, ਮੈਨੂੰ ਕਹਾਣੀਆਂ ਸੁਣਾਉਂਦੀ। ਫਿਰ ਕਦੋਂ ਮੇਰੀ ਅੱਖ ਖੁੱਲ੍ਹਦੀ ਨਾ, ਕਦੋਂ ਅੱਖ ਖੁੱਲ੍ਹਦੀ ਨਾ, ਬੀਬੀ ਹੁੰਦੀ ਨਹੀਂ। ਬੀਬੀ ਮੈਂ ਉੱਠ ਜਾਂਦਾ ਨਾ ਤੇ ਬੀਬੀ ਹੁੰਦੀ ਨਹੀਂ। ਹੁਣ ਕਦੋਂ ਮੈਂ ਸੁੱਤਾ ਨਾ, ਹੁਣ ਮੈਂ ਉੱਠਣਾ ਹੀ ਨਹੀਂ ਮੈਂ ਕਹਿਣਾ ਬੀਬੀ ਮੈਂ ਉੱਠਣਾ ਹੀ ਨਹੀਂ। ਸੋ ਮੈਨੂੰ ਲੱਗਦਾ ਇਮੋਸ਼ਨਲ ਕਰ ਗਿਆ ਕਿਰਦਾਰ, ਕਿਉਂਕਿ ਤੁਹਾਡੇ ਵੀ ਮਾਤਾ ਜੀ ਨਹੀਂ ਹੈਗੇ ਅੱਜ, ਉਹ ਸ਼ਾਇਦ ਬੀਬੀ ਕੋਲ ਹੁੰਦੀ ਤਾਂ ਰੋਟੀ ਦੇ ਦਿੰਦੀ, ਅੱਜ ਬੀਬੀ ਨਹੀਂ ਹੈਗੀ ਕੋਲ। ਮੈਨੂੰ ਲੱਗਦਾ ਕਿ ਅਗਰ ਮੈਂ ਕੋਈ ਦੁਆ ਮੰਗਾ ਤਾਂ ਮੈਨੂੰ ਵੀ ਸੋਚ ਸਮਝ ਕੇ ਮੰਗਣੀ ਚਾਹੀਦੀ, ਕਿਉਂਕਿ ਅੱਗੇ ਪਰਿਵਾਰ ਆ, ਬੱਚੇ ਨੇ, ਤੇ ਦਿਲ ਤਾਂ ਇਹੀ ਚਾਹੁੰਦਾ ਕਿ ਅੱਜ ਵੀ ਸੁਪਨੇ 'ਚ ਆਵੇ ਤੇ ਮੈਂ ਉੱਠਾਂ ਨਾ। ਸੋ ਬਿਲਕੁਲ ਅਸੀਂ ਸੂਰੀ ਸਾਹਿਬ ਨਾਲ ਮੁਲਾਕਾਤ ਕਰਾ ਰਹੇ ਹਾਂ, ਜਿਵੇਂ ਕਿ ਆਰਟਿਸਟ ਨੇ, ਇੱਕ ਹਰ ਇੱਕ ਤਰ੍ਹਾਂ ਦਾ ਟੈਲੈਂਟ ਇਹਨਾਂ ਕੋਲ ਹੈਗਾ ਵਾ। ਸੋ ਇਹ ਕਿਰਦਾਰ ਜਿਹੜਾ ਇਹਨਾਂ ਨੇ ਕੀਤਾ ਇਮੋਸ਼ਨਲ ਕਰ ਗਿਆ ਵਾ, ਕਿਉਂਕਿ ਇਹਨਾਂ ਦੇ ਮਾਤਾ ਜੀ ਦਾ ਕੋਈ ਸੁਪਨਾ ਸੀਗਾ, ਸੋ ਸੁਪਨਾ ਇਹਨਾਂ ਨੇ ਪੂਰਾ ਤਾਂ ਕਰਤਾ, ਪਰ ਮਾਤਾ ਜੀ ਇਹਨਾਂ ਦੇ ਵਿੱਚ ਨਹੀਂ ਹੈਗੇ। ਸੋ ਸੂਰੀ ਸਾਹਿਬ, ਛੋਟਾ ਜਿਹਾ ਇੱਕ ਗੀਤਾਂ ਦੇ ਵਿੱਚ ਵੀ ਕਹਿੰਦੇ ਤੁਸੀਂ ਆਵਾਜ਼ਾਂ ਅਲੱਗ-ਅਲੱਗ ਤਰ੍ਹਾਂ ਦੀ ਦੇ ਦਿੰਦੇ ਹੋ, ਅਲੱਗ-ਅਲੱਗ ਤਰ੍ਹਾਂ ਦੇ ਗੀਤ ਗਾ ਲੈਂਦੇ ਹੋ, ਕਿਸ ਤਰ੍ਹਾਂ ਦੀ ਆਵਾਜ਼ਾਂ ਜਿਹੜੀਆਂ ਅਲੱਗ-ਅਲੱਗ ਗੀਤਾਂ 'ਚ ਆਉਂਦੀਆਂ? ਮੈਂ ਨਾ ਇੱਕ ਗੱਲ ਕਹਿੰਦਾ ਹੁੰਦਾ, ਵੈਸੇ ਇਹ ਸ਼ਾਇਦ ਇੱਕ ਐਗਜ਼ਾਮਪਲ ਆ। ਵੈਸੇ ਹੁਣ ਤੁਹਾਡਾ ਜਿਹੜਾ ਸਵਾਲ ਹੈ ਨਾ, ਸ਼ਾਇਦ ਪਹਿਲਾਂ ਹੁੰਦਾ ਤਾਂ ਗੱਲ ਕੁਛ ਹੋਰ ਸੀ, ਹੁਣ ਮਾਹੌਲ ਤੁਸੀਂ ਕੁਛ ਹੋਰ ਹੋ ਗਿਆ। ਅਤੇ ਮੈਂ ਕਹਿੰਦਾ ਹੁੰਦਾ ਕਿ ਜਦੋਂ ਅਸੀਂ ਆਟੋ ਫੜਦੇ ਨਾ ਕਿਤੇ ਜਾਣ ਦੇ ਲਈ, ਆਪਾਂ ਉਹਨੂੰ ਪਹਿਲਾਂ ਕਿਰਾਇਆ ਨਹੀਂ ਦਿੰਦੇ, ਆਪਾਂ ਉਹਨੂੰ ਪਹਿਲਾਂ ਦੱਸਦੇ ਹਾਂ ਕਿੱਥੇ ਜਾਣਾ ਵਾ, ਫਿਰ ਉਹਦੇ 'ਚ ਬਹਿ ਜਾਂਦੇ, ਫਿਰ ਚਲੇ ਜਾਂਦੇ, ਫਿਰ ਉਤਰਨ ਤੋਂ ਬਾਅਦ ਉਹਨੂੰ ਕਿਰਾਇਆ ਦਿੰਦੇ ਹਾਂ। ਯਾਨੀ ਹਰ ਚੀਜ਼ ਦਾ ਮੈਨੂੰ ਲੱਗਦਾ ਵਕਤ ਹੁੰਦਾ ਵਾ। ਖੈਰ ਤੁਹਾਡਾ ਇੰਨਾ ਪਿਆਰ ਹੈ ਤਾਂ ਮੈਂ ਕੋਸ਼ਿਸ਼ ਕਰਦਾ। ਇਹ ਹੁਨਰ ਵੀ ਮੇਰੀ ਮਾਂ ਦੇ ਆਸ਼ੀਰਵਾਦ ਦਾ ਹੀ ਹੈ, ਇਸ ਕਰਕੇ ਮੈਂ ਹੁਨਰ ਕਦੀ ਨਹੀਂ ਲੁਕਾਉਂਦਾ, ਚਾਹੇ ਉਹ ਹਾਸੇ ਵਾਲਾ, ਸ਼ੁਗਲ ਵਾਲਾ ਜਾਂ ਕੋਈ ਵੀ ਹੈ, ਅਤੇ ਉਹਦੀ ਦੁਆਵਾਂ ਨੇ। ਅਤੇ ਮੈਂ ਤੇਲਗੂ ਤਮਿਲ ਗਾਉਣ ਦੀ ਕੋਸ਼ਿਸ਼ ਕਰਦਾ ਜੀ, ਅਤੇ ਕਿਉਂਕਿ ਮੈਨੂੰ ਵੱਖ-ਵੱਖ ਭਾਸ਼ਾਵਾਂ 'ਚ ਗਾਣਾ ਪਸੰਦ ਹੈ। ਪਸੰਦ ਇਸ ਕਰਕੇ ਕਿਉਂਕਿ ਮੈਨੂੰ ਸਾਊਥ ਇੰਡੀਅਨ ਕਰਨਾਟਕੀ ਸੰਗੀਤ ਵੀ ਅੱਛਾ ਲੱਗਦਾ, ਨਾਰਥ ਇੰਡੀਅਨ ਅਸੀਂ ਗਾਉਂਦੇ ਹਾਂ, ਬੱਚਿਆਂ ਨੂੰ ਖੁਦ ਸਿਖਾਉਂਦੇ ਹਾਂ, ਪਰ ਮੇਰੀ ਚੇਸ਼ਟਾ ਹੈ ਕਿ ਮੈਂ ਸਾਊਥ ਇੰਡੀਅਨ ਮਿਊਜ਼ਿਕ ਸਿੱਖਾਂ। ਅਗਰ ਮੈਨੂੰ ਕੋਈ ਇਸ ਤਰ੍ਹਾਂ ਦਾ ਸਬੱਬ ਬਣਦਾ ਤਾਂ ਬਾਹੂਬਲੀ 2 ਦਾ ਕਨਕਲੂਜਨ ਮੂਵੀ ਦੇ ਵਿੱਚੋਂ ਤਮਿਲ ਵਰਜਨ ਮੈਂ ਗਾ ਰਿਹਾ ਸੀ ਪਿੱਛੇ ਜੇ, ਅਤੇ ਮੇਰੇ ਦੋਸਤਾਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ। ਉਹਦਾ ਇਹ ਸੀਗਾ ਕਿ ਇੱਕ ਸ੍ਰੀਵੱਲੀ ਗੀਤ ਆਇਆ ਦਾ ਪੁਸ਼ਪਾ ਮੂਵੀ ਦਾ, ਉਹਦਾ ਹਿੰਦੀ ਵਰਜਨ ਬੱਚਿਆਂ ਨੂੰ ਸਿਖਾਉਂਦੇ, ਪਰ ਮੈਂ ਉਹਦਾ ਤਮਿਲ ਵਰਜਨ ਕਰਨਾ ਕੋਸ਼ਿਸ਼ ਕਰਦਾ, ਜੇ ਸਰੋਤਿਆਂ ਨੂੰ ਚੰਗਾ ਲੱਗੇ ਤਾਂ। नजरें मिलते ही नजरों से नजरों को चुराए, कैसी यह आ तेरी जो तू पलकों को झुकाए, रब जो पोशीदा है उसको निहारे तू, और जो गर्विदा है उसको टाले तू। चूपे भंगारा माये ने श्रीवल्ली माटे माणिक्य माये रे, चूपे भंगारा माये ने श्रीवल्ली नव्वे नवरत्न माये ने।
ਸੋ ਇਹ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਤੁਸੀਂ ਗੀਤ ਵੀ ਕਰ ਲੈਂਦੇ ਹੋ। ਸੋ ਟੈਲੈਂਟ ਮੈਨੂੰ ਲੱਗਦਾ ਕੁਝ ਰਹਿ ਨਹੀਂ ਗਿਆ ਜਿਹੜਾ ਆਪਾਂ ਦਰਸ਼ਕਾਂ ਨੂੰ ਦਿਖਾ ਸਕੀਏ। ਹਰ ਇੱਕ ਤਰ੍ਹਾਂ ਦਾ ਟੈਲੈਂਟ ਰੱਖਿਆ ਹੈ। ਹੁਣ ਅੱਗੇ ਕੀ ਸੁਪਨਾ ਹੈਗਾ ਵਾ ਸੂਰੀ ਸਾਹਿਬ? ਸੁਪਨੇ ਕਹਿੰਦੇ ਨੇ ਕਿ ਜੀਵੇ ਆਸਾ ਮਰੇ ਨਿਰਾਸਾ। ਆਸ ਰੱਖਣੀ ਚਾਹੀਦੀ ਹੈ। ਜੋ ਬਚਪਨ ਦਾ ਡ੍ਰੀਮ ਸੀ ਕਿ ਪਲੇਬੈਕ ਕਰਨ ਦਾ, ਹੁਣ ਇਸ ਟਾਈਮ ਬਹੁਤ ਸਾਰੇ ਇਸ ਟਾਈਮ ਖੜੇ ਆ ਜਿੱਥੇ, ਤੇ ਕਿਸੇ ਵੇਲੇ ਥੋੜੀ ਠੰਡੀ ਹਵਾ ਲੱਗਦੀ ਹੈ ਤੇ ਕਾਂਬਾ ਜਿਹਾ ਛਿੜ ਜਾਂਦਾ ਕਿਸੇ ਵੇਲੇ, ਤੇ ਕਿਸੇ ਵੇਲੇ ਠੀਕ ਚੱਲ ਰਿਹਾ। ਤੇ ਇਸ ਕਰਕੇ ਮੈਂ ਸੁਰਾਂ ਦੇ ਜਿਹੜੇ ਹੇਰ ਫੇਰ ਹੋਏ ਨੇ ਗਾਉਣ ਲੱਗਿਆ ਕਿਤੇ, ਤੇ ਮੈਂ ਜਿਹੜੇ ਸੁਰੀਲੇ ਸੁਣਨ ਵਾਲੇ ਸੁਣ ਰਹੇ ਨੇ ਉਹਨਾਂ ਤੋਂ ਮੈਂ ਸੰਗੀਤ ਲਈ, ਸੰਗੀਤ ਪ੍ਰੇਮੀਆਂ ਤੋਂ ਸ਼ਮਾ ਦਾ ਯਾਚਕ ਹਾਂ। ਤੇ ਕਿਉਂਕਿ ਜਿੱਥੇ ਖੜੇ ਆ ਜਿਸ ਤਰ੍ਹਾਂ ਦਾ ਗਾਇਆ ਗਿਆ ਮੈਂ ਕੋਸ਼ਿਸ਼ ਕੀਤੀ ਹੈ ਕਿ ਨਿਭਾ ਪਾਵਾਂ, ਪਰ ਡ੍ਰੀਮ ਆਖਿਰ ਉਹੀ ਹੈ ਕਿ ਮੈਂ ਪਲੇਬੈਕ ਕਰਾਂ ਜਾਂ ਮੈਂ ਇੰਡਸਟਰੀ 'ਚ, ਕਿਉਂਕਿ ਮੈਂ ਲੋਕਾਂ ਦੇ ਲਈ, ਮੈਨੂੰ ਲੱਗਦਾ ਕਿ ਇੱਕ ਆਰਟਿਸਟ ਲੋਕਾਂ ਦੇ ਲਈ ਜੰਮਦਾ, ਪੈਦਾ ਹੁੰਦਾ ਤੇ ਲੋਕਾਂ ਦੇ ਲਈ ਮਰ ਜਾਂਦਾ। ਸੋ ਬਿਲਕੁਲ ਅਮਰਜੀਤ ਸਿੰਘ ਸੂਰੀ ਉਹਨਾਂ ਨਾਲ ਗੱਲਬਾਤ ਕੀਤੀ ਆ। ਇੱਕ ਆਰਟਿਸਟ ਨੇ, ਬਹੁਤ ਸਾਰੇ ਟੈਲੈਂਟ ਜਿਹੜੇ ਇਹਨਾਂ ਦੇ ਅੰਦਰ ਹੈਗੇ ਨੇ, ਸੋ ਤੁਹਾਡੇ ਸਾਹਮਣੇ ਵੀ ਅਸੀਂ ਪੇਸ਼ ਕੀਤੇ ਨੇ। ਸੋ ਇੱਕ ਡ੍ਰੀਮ ਪ੍ਰੋਜੈਕਟ ਜਿਹੜੇ ਉਹਨਾਂ ਦੇ ਹੈਗੇ ਨੇ ਉਹ ਉਹਨਾਂ ਨੇ ਦੱਸੇ ਨੇ। ਸੋ ਅਸੀਂ ਵੀ ਆਸ ਕਰਦੇ ਹਾਂ ਕਿ ਉਹਨਾਂ ਦੇ ਸੁਪਨੇ ਜਿਹੜੇ ਨੇ ਉਹ ਜ਼ਰੂਰ ਪੂਰੇ ਹੋਣ। ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ, ਲੁਧਿਆਣਾ।